सतनाम श्री वाहिगुरु साहिब जी। असुन प्रेम उमाहड़ा, क्यों मिलिए हर जाए। मन तन प्यास दर्शन घनी, कोई आन मिलावे माए। असुन प्रेम उमाहड़ा, क्यों मिलिए हर जाए। मन तन प्यास दर्शन घनी, कोई आन मिलावे माए। संत सहाई प्रेम के, हाँ तिनका लागा पाए। विण प्रभ क्यों सुख पाई है, दूजी नाही जाए। जिनी चाखिया प्रेम रस, से तृप्त रहे आगाए। आप त्याग बिनती करह, लेहो प्रभु लड़ लाए। जो हर कांत मिलाइया, से विछड़ कतह न जाए। प्रभ बिन दूजा को नहीं, नानक हर शरण आए। असु सुखी बसंदियाँ, जिन्ना मया हर राए। प्रभ बिन दूजा को नहीं, नानक हर शरण आए। असु सुखी बसंदियाँ, जिन्ना मया हर राए। वाहिगुरु जी का खालसा, वाहिगुरु जी की फतेह। परम सत्कारयोग गुरु रूप खालसा साध संगत जी, अज अस्सू दे महीने दी संग्राम दा दिहाड़ा है। पहला भादरों दा महीना लंघ के गया है, हुण अस्सू दा महीना जो है, ये सर्दियां दा तकरीबन पहला महीना मन्निया जाता है। सो अस्सू दे महीने द्वारा श्री गुरु अर्जन देव सच्चे पातशाह महाराज जी सानू उपदेश की बख्शिश करते हैं। आओ जी मन चित बिरतियाँ एकागर करिए, शीस झुकाइए श्री गुरु ग्रंथ साहब महाराज जी के चरणों च। सारे गज के बोलो जी, वाहिगुरु जी का खालसा, वाहिगुरु जी की फतेह। सो मन चित एकागर करके सतगुरां दा दर्शन असी करिए, अखां द्वारा दर्शन करिए, कन्नां द्वारा असी गुरु दी विचार नूं सरवण करिए, तां करके सानूं संपूर्ण लाभ प्राप्त हो जावे। सो अस्सू दे महीने विच सतगुर सच्चे पातशाह गुरु अर्जन देव जी महाराज इउं सानूं उपदेश की बख्शिश करते हैं। असुन प्रेम उमाहड़ा, क्यों मिलिए हर जाए। अस्सू दे महीने द्वारा सानू महाराज जी उपदेश बख्शिश करते हैं कि प्रेम का उमाहड़ा क्यों मिलिए हर जाए। परमेश्वर नूं किस तरह मिलिया जाए। मन दे विच उमाह जाग पिया, मन दे विच उमंग उत्साह हो गया, प्रेम पैदा हो गया कि मैं वाहिगुरु नूं मिलना है। पर कोई तरीका, कोई ढंग है कोई वाहिगुरु नूं मिलण दा? वो किहड़ा तरीका हो सकता है? मन दे विच चाओ तां उठ खड़िया कि मैं वाहिगुरु दे दर्शन करदे ने, मैंने वाहिगुरु नूं मैंने मिलना है। उमकियो हियो मिलन प्रभ ताई। मन दे विच उत्साह आ गया कि मैं वाहिगुरु नूं मिलना है। सो महाराज आखदे ने कि हिरदे दे विच उत्साह जाग पिया कि किस तरह मिलिया जाए। मन तन प्यास दर्शन घनी,
ਕੋਈ ਆਣ ਮਿਲਾਵੇ ਮਾਏ। ਮਨ ਵਿੱਚ ਵੀ ਤੇ ਤਨ ਵਿੱਚ ਵੀ ਘਣੀ ਬਹੁਤ ਜ਼ਿਆਦਾ ਜਾਣੀ ਪਿਆਸ ਲੱਗ ਗਈ ਹੈ ਦਰਸ਼ਨਾਂ ਦੀ, ਕਿ ਮੈਨੂੰ ਕੋਈ ਆ ਕੇ ਪਰਮੇਸ਼ਰ ਦੇ, ਵਾਹਿਗੁਰੂ ਦੇ ਮੈਨੂੰ ਕੋਈ ਦਰਸ਼ਨ ਕਰਾ ਦੇਵੇ। ਮਹਾਰਾਜ ਨੇ ਆਖਿਆ ਹੈ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਮੈਂ ਉਸ ਤੋਂ ਬਲਿਹਾਰ ਜਾਨਾ ਜਿਸ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਤਾਂਘ ਉੱਠ ਖੜੀ, ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਇੱਛਾ ਜਾਗ ਪਈ। ਸੋ ਹਾਲੇ ਦਰਸ਼ਨ ਹੋਏ ਨਹੀਂ। ਮਹਾਰਾਜ ਕਹਿੰਦੇ ਜਿਸ ਦੇ ਮਨ ਵਿੱਚ ਇੱਛਾ ਵੀ ਜਾਗ ਪਈ ਨਾ, ਮੈਂ ਉਸ ਤੋਂ ਬਲਿਹਾਰ ਜਾਣਾ। ਸੋ ਇੱਛਾ ਜਾਗਣੀ ਹੀ ਬਹੁਤ ਵੱਡੀ ਗੱਲ ਆ। ਸਾਡੇ ਮਨ 'ਚ ਇੱਛਾ ਦਰਸ਼ਨਾਂ ਦੀ ਨਹੀਂ ਜਾਗਦੀ। ਹੋਰ ਦੁਨਿਆਵੀ ਪਦਾਰਥ, ਸਾਨੂੰ ਆਹ ਮਿਲ ਜਾਵੇ, ਸਾਨੂੰ ਉਹ ਮਿਲ ਜਾਵੇ। ਸੋ ਅਸੀਂ ਮਾਇਆ ਮੰਗਦੇ ਹਾਂ। ਜਦੋਂ ਵੀ ਅਸੀਂ ਗੁਰੂ ਦੇ ਦਰਬਾਰ 'ਚ ਆਉਂਦੇ ਹਾਂ, ਮੇਰੇ ਆਹ ਕਾਰਜ ਸਿੱਧ ਹੋ ਜਾਣ। ਸੋ ਅਸੀਂ ਵਾਹਿਗੁਰੂ ਨੂੰ ਨਹੀਂ ਮੰਨਦੇ। ਅਸੀਂ ਨਾ ਹੀ ਵਾਹਿਗੁਰੂ ਨੂੰ ਮੰਨਦੇ ਹਾਂ, ਨਾ ਹੀ ਅਸੀਂ ਮੰਗਦੇ ਹਾਂ ਵਾਹਿਗੁਰੂ ਨੂੰ ਕਿ ਸਾਨੂੰ ਵਾਹਿਗੁਰੂ ਮਿਲ ਜਾਵੇ, ਸਾਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਪਰ ਇੱਕ ਜਗਿਆਸੂ ਦੀ ਅਵਸਥਾ ਹੈ ਕਿ ਜਿਸ ਦੇ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ, ਇੱਛਾ ਪੈਦਾ ਹੋ ਗਈ ਕਿ ਮੈਂ ਵਾਹਿਗੁਰੂ ਨੂੰ ਮਿਲਣਾ ਹੈ। ਅੰਤਰ ਪਿਆਸ ਉਠੀ ਪ੍ਰਭ ਕੀਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਮਨ ਦੇ ਵਿੱਚ ਤਾਂਘ ਜਾਣੀ ਜਾਗ ਪਈ, ਇੱਛਾ। ਸੋ ਇਹ ਸ਼ੁਭ ਇੱਛਾ ਹੁੰਦੀ ਹੈ। ਪਹਿਲਾਂ ਜਿਸ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਸਾਡੇ ਮਨ ਦੇ ਵਿੱਚ ਉਸ ਨੂੰ ਮਿਲਣ ਦੀ ਇੱਛਾ ਹੋਣੀ ਚਾਹੀਦੀ ਹੈ। ਉਹ ਤਾਂ ਸਾਨੂੰ ਮਿਲੇਗਾ। ਕਈ ਵਾਰੀ ਜਿਹੜਾ ਸਾਨੂੰ ਨਹੀਂ ਜਾਣਦਾ, ਨਾ ਪਛਾਣਦਾ, ਉਹ ਸਾਡੇ ਕੋਲ ਦੀ ਲੰਘ ਜਾਂਦਾ, ਕਿਉਂਕਿ ਸਾਨੂੰ ਉਸ ਨੂੰ ਮਿਲਣ ਦੀ ਇੱਛਾ ਨਹੀਂ ਹੈ। ਜਦੋਂ ਸਾਨੂੰ ਮਿਲਣ ਦੀ ਇੱਛਾ ਹੋਏਗੀ, ਅਸੀਂ ਦੂਰ ਦੁਰਾਡੇ ਜਾ ਕੇ ਵੀ ਮਿਲ ਕੇ ਆਵਾਂਗੇ। ਸੋ ਪਿਆਰ ਹੋਏਗਾ ਜੀ ਤਾਂ ਅਸੀਂ ਜ਼ਰੂਰ ਮਿਲਾਂਗੇ। ਸੋ ਇੱਛਾ ਹੈ। ਅਤੇ ਇੱਕ ਸਾਨੂੰ ਭੋਰੀ ਦਰਸ਼ਨ, ਥੋੜ੍ਹੀ ਦੇਰ ਵਾਸਤੇ ਸਾਨੂੰ ਦਰਸ਼ਨ ਦੀ ਪ੍ਰਾਪਤੀ ਹੋ ਜਾਵੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹਉ ਫਿਰੋਂ ਖੋਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਤੀਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੈ ਤਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਮਹਾਰਾਜ ਆਖਦੇ ਨੇ ਕਿ ਇੱਕ ਭੋਰੀ ਦਰਸ਼ਨ ਕਰਾ ਦਿਓ, ਥੋੜ੍ਹੇ ਸਮੇਂ ਵਾਸਤੇ ਸਾਨੂੰ ਦਰਸ਼ਨ ਹੋ ਜਾਣ। ਸੋ ਉਸ ਵਾਸਤੇ ਮੈਂ ਆਪਣਾ ਸਭ ਕੁਝ ਅਰਪਣ ਕਰਨ ਨੂੰ ਤਿਆਰ ਹਾਂ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਹਉ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਜੋ ਮੈਨੂੰ ਐਸਾ ਸੰਦੇਸ਼ ਦੇਵੇ, ਸੁਨੇਹਾ ਦੇ ਦੇਵੇ ਕਿ ਵਾਹਿਗੁਰੂ ਨੂੰ ਕਿਸ ਤਰ੍ਹਾਂ ਮਿਲਿਆ ਜਾਂਦਾ ਹੈ, ਮੈਂ ਉਸ ਨੂੰ ਸਭ ਕੁਝ ਅਰਪਣ ਕਰਨ ਨੂੰ ਤਿਆਰ ਹਾਂ। ਸੋ ਇਹ ਬਹੁਤ ਜਿਸ ਦੇ ਮਨ ਦੇ ਵਿੱਚ ਤਾਂਘ ਪੈਦਾ ਹੁੰਦੀ ਹੈ ਨਾ, ਉਹ ਐਸੀਆਂ ਐਸੀਆਂ ਬੇਨਤੀਆਂ ਕਰਦਾ। ਮਨ ਦੇ ਵਿੱਚ ਵੈਰਾਗ ਪ੍ਰੇਮ ਪੈਦਾ ਹੋਏਗਾ, ਉਹ ਐਸੀਆਂ ਐਸੀਆਂ ਬੇਨਤੀਆਂ ਕਰੇਗਾ ਕਿ ਮੈਨੂੰ ਦਰਸ਼ਨ ਹੋ ਜਾਣ। ਕੂਪ ਪਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨ ਸੂਝ। ਸਗਲ ਪਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਇਹ ਸਾਰੇ ਭਵਨਾਂ ਦੇ ਨਾਇਕ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਇੱਕ ਛਿਨ ਮਾਤਰ ਵਾਸਤੇ ਵੀ ਤੂੰ ਦਰਸ਼ਨ ਦਿਖਾ ਜਾ। ਇਤਨੀ ਜ਼ਿਆਦਾ ਤੜਫ ਪੈਦਾ ਹੋ ਜਾਣੀ ਮਨ ਦੇ ਵਿੱਚ ਕਿ ਮੈਨੂੰ ਦਰਸ਼ਨ ਜ਼ਰੂਰ ਹੋ ਜਾਣ, ਵੀ ਨਹੀਂ ਮੈਂ ਮਰਦਾ ਜਾਨਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸੋ ਐਸੀ ਤਾਂਘ ਪੈਦਾ ਹੋ ਜਾਣੀ, ਮਨ ਦੇ ਵਿੱਚ ਉਮੰਗ ਪੈਦਾ ਹੋ ਜਾਣੀ ਕਿ ਮੈਨੇ ਵਾਹਿਗੁਰੂ ਨੂੰ ਮਿਲਣਾ ਹੈ। ਸੋ ਮੈਨੂੰ ਇੱਕ ਭੋਰੀ ਮਾਤਰ ਵਾਸਤੇ ਵੀ ਚਾਹੇ ਦਰਸ਼ਨ ਹੋ ਜਾਣ। ਦੇਵਤਿਆਂ ਦਰਸ਼ਨ ਕੈ ਤਾਈਂ, ਦੁਖ ਭੂਖ ਤੀਰਥ ਕੀਏ। ਸੋ ਉਹਨਾਂ ਨੇ ਵੀ, ਦੇਵਤੇ ਵੀ ਚਾਹੁੰਦੇ ਨੇ ਕਿ ਸਾਨੂੰ ਦਰਸ਼ਨ ਹੋ ਜਾਣ, ਕਿਉਂਕਿ ਵਾਹਿਗੁਰੂ ਸਭ ਨੂੰ ਦੇਖਦਾ। ਵਾਹਿਗੁਰੂ ਨੂੰ ਨਹੀਂ ਕੋਈ ਦੇਖ ਸਕਦਾ। ਉਸ ਨੂੰ ਜੋ ਦੇਖਣ ਦਾ ਤਰੀਕਾ ਹੈ, ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ ਹੈ।
महाराज जी आखते ने एका माई जुगत व्याई तिन चेले परवान, एक संसारी एक भंडारी एक लाए दी बाण, जिव तिस भावै तिवै चलावै जिव होवै फुरमान। ओह वेखै, वाहिगुरू तां इन्हां नूं देखदा तिन्ने देवतियां नूं, ओह वेखै उन्हां नज़र ना आवे, पर इन्हां नूं कोई दृष्टि गोचरे नहीं हुंदा, इन्हां नूं जाणी नज़र नहीं आउंदा, इन्हां नूं दिखाई नहीं दिंदा वाहिगुरू। ओह वेखै उन्हां नज़र ना आवे बहुता इहो विडाण। ये बहुत वड्डी आश्चर्यता की बात है, बहुत वड्डी हैरानीजनक गल है कि वाहिगुरू किसी नूं इस तरह दिखाई नहीं दिंदा। सो दिखाई क्यों नहीं दिंदा है? सो इसका कारण है, सो मन दे विच पहलां तां प्यास होवे कि मैंने वाहिगुरू नूं मिलना है, फिर वाहिगुरू जरूर मिलेगा। सो जिस तरह कि गुरबाणी दे विच फरमान आउंदा है, जिसनां नूं कि तड़फ हुंदी है वाहिगुरू दे नाल मिलण दी, वो आखदे ने तन तपे तनूर ज्यों बालण हड्ड बलाना, पैरी थक्कां सिर जुलां जे मूँह पीरी मिलाना। कि जे मैनू वाहिगुरू मिल जावे मैं पैरां नाल तुर के जावां, जे मेरे पैर चलदे चलदे थक जाण ना मैं सिर दे भार जावां। ये तड़फ है वाहिगुरू नूं मिलण दी। पैरी थक्कां सिर जुलां जे मूँह पीरी मिलाना, आवाज़ आई फिर वाहिगुरू दे वल्लों, जानी आकाशबाणी कह लो, गुरु की आवाज़ कह लो, परमेश्वर ने बाणी द्वारा सानू फिर उपदेश दिता है। तन न तपाए तनूर ज्यों बालण हड्ड न बाल, तन पैरी क्या फेड़िया अंदर पिरी निहाल। तू ये तन नूं दुख क्यों दे रहा भाई? गुरु साहब जी सानू फरमान करके दसदे ने कि जिसनों तू मिलना है वह तो तेरे अंदर है, तेरे अंदर वसदा है। वो मिलेगा किवें? उसके बाबत भी सच्चे पातशाह महाराज जी दसदे ने कि तेरे अंदर पिरी निहाल है, अंदर तेरे वसदा है। हौं टुडेंदी सज्जणा सज्जण मैंडे नाल, मैं सज्जण नूं लभदी फिरदी हाँ पर मैनूं सज्जण वाहिगुरू मिलिया नहीं। हौं टुडेंदी सज्जणा सज्जण मैंडे नाल, रहिंदा मेरे नाल है पर मैनूं मिलदा नहीं। क्यों नहीं मिलदा? उसदा एक कारण है बहुत वड्डा। हौं टुडेंदी सज्जणा सज्जण मैंडे नाल, नानक अलख न लखीए गुरमुख दे दिखाल। उन्होंने मुखी गुरु दिखा सकता है। वो क्यों नहीं सानू दिखदा? उसदा कारण ये है कि साडे अंदर हौमे की दीवार असी आप ही कीती हुई है, अपने आप असी दीवार बना ली। धन पिर का एक ही संग वासा, विच हौमे भीत करारी। हौमे की भीत है, हौमे की दीवार है। हाँ भीत पयो है बीचो, सुनत देश निकटायो। हौमे की भीत अंदर है, दीवार अंदर है, तो देश जिहड़ा वाहिगुरू दा वो नेड़े ही है। हाँ भीत पयो है बीचो, सुनत देश निकटायो। भावीरी के पात पार दो, बिन पेखे दूर आयो। जिमें एक भंबीरी का जो खंभ हुंदा है, जानी जो तितली है, इसका जो खंभ हुंदा बहुत पतला हुंदा है। महाराज आखदे ने इउं जान लो कि इतना पतला जिहा पर्दा बनया होया है। वो पर्दे दे ओले वाहिगुरू है, एक पासे जीव रूप इस्त्री है, दूसरे पासे पति रूप परमेश्वर है, विचाले उसके हौमे की दीवार है और पतली जी दीवार है। महाराज कहते पर यह टुटण विच नहीं आउंदी। इहनूं भरम की दीवार कह लो, हौमे की दीवार कह लो, माया की दीवार कह लो, एक ही गल है। महाराज आखदे ने हाँ भीत पयो है बीचो, सुनत देश निकटायो। भावीरी के पात पार दो, बिन पेखे दूर आयो। सो बिना देखण तो दूर लगदा है। सो इस तरह करके महाराज आखदे ने कि तेरे अंदर हौमे की दीवार है। गुर पूरे हौमे पीत धोरी, जन नानक मिले बनवारी। इनू तोड़ेगा कौन? हौमे की भीत नूं पूरा गुरु तोड़ सकदा। गुर पूरा हौमे पीत धोरी, अधूरा गुरु नहीं तोड़ सकता। पूरा गुरु कौन ने? 10 पातशाहियां पूरे गुरु ने। श्री गुरु ग्रंथ साहिब जी महाराज संपूर्ण गुरु ने। ये हौमे की भीत नूं तोड़ सकते हैं। सो गुरु की किरपा नाल जानी हौमे की भीत टुटदी है। जदों हौमे की भीत टुटेगी तो सानू वाहिगुरू के दर्शन दीदार होणगे। सो इस तरह करके गुरु पूरा गुरु जानी हौमे की भीत नूं तोड़दा है, तो वाहिगुरू के दर्शन हुंदे हन। ये तरीका है वाहिगुरू के दर्शन करन दा।
ਸੋ ਇਸ ਵਿੱਚ ਹੋਰ ਸਹਾਇਤਾ ਕੀ ਮਿਲਦੀ ਹੈ? ਸਾਨੂੰ ਸੰਗਤ ਦੀ ਸਹਾਇਤਾ ਮਿਲਦੀ ਹੈ, ਗੁਰੂ ਦੀ ਸਹਾਇਤਾ, ਸੰਗਤ ਦੀ ਸਹਾਇਤਾ, ਗੁਰਮੁਖਾਂ ਦੀ ਸਹਾਇਤਾ, ਜਿਹੜੇ ਗੁਰੂ ਨਾਲ ਜੁੜੇ ਹੋਏ ਹਨ ਉਹਨਾਂ ਦੀ ਸਹਾਇਤਾ ਮਿਲਦੀ ਹੈ। ਮਹਾਰਾਜ ਜੀ ਅੱਗੇ ਫਰਮਾਨ ਕਰਦੇ ਨੇ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਏ। ਜਿਹੜੇ ਸਾਧੂ ਨੇ, ਸੰਤ ਨੇ, ਮਹਾਂਪੁਰਖ ਨੇ, ਗੁਰਮੁਖ ਗੁਰਸਿੱਖ ਪਿਆਰੇ ਨੇ, ਉਹ ਪ੍ਰੇਮ ਦੇ ਸਹਾਈ ਹੁੰਦੇ ਹਨ। ਉਹ ਆਪ ਗੁਰੂ ਨੂੰ, ਪਰਮੇਸ਼ਰ ਨੂੰ ਪਿਆਰ ਕਰਦੇ ਨੇ। ਉਹ ਦੂਸਰਿਆਂ ਨੂੰ ਵੀ ਫਿਰ ਤਾਂਘ ਪੈਦਾ ਕਰ ਦਿੰਦੇ ਨੇ ਪ੍ਰੇਮ ਦੀ, ਕਿਉਂਕਿ ਬਿਨਾਂ ਪ੍ਰੇਮ ਤੋਂ ਕੁਛ ਨਹੀਂ ਬਣਦਾ। ਅਸੀਂ ਕਿਸੇ ਨੂੰ ਪ੍ਰੇਮ ਕਰਦੇ ਹੋਈਏ ਤਾਂ ਸਾਨੂੰ ਮੱਲੋ ਮੱਲੀ ਉਸ ਦੀ ਯਾਦ ਹਿਰਦੇ ਵਿੱਚ ਬਣੀ ਰਹੇਗੀ। ਜਿਸ ਨੂੰ ਅਸੀਂ ਪ੍ਰੇਮ ਨਹੀਂ ਕਰਦੇ ਉਹ ਸਾਨੂੰ ਯਾਦ ਵੀ ਨਹੀਂ ਆਏਗਾ। ਸੋ ਇਸ ਤਰ੍ਹਾਂ ਕਰਕੇ ਜਾਣੀ ਜੋ ਪ੍ਰੇਮ ਹੈ ਇਹ ਬਹੁਤ ਵੱਡੀ ਚੀਜ਼ ਹੈ। ਸੋ ਪ੍ਰੇਮ ਪੈਦਾ ਹੁੰਦਾ ਹੈ ਸਤਸੰਗ ਵਿੱਚ ਮਿਲ ਕੇ। ਸੋ ਪ੍ਰੇਮ ਪੈਦਾ ਕਰਨ ਦੇ ਕੁਝ ਤਰੀਕੇ ਨੇ, ਕਿਸ ਤਰ੍ਹਾਂ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ। ਗੁਰੂ ਦੀ ਕਿਰਪਾ ਨਾਲ ਪ੍ਰੇਮ ਪੈਦਾ ਹੁੰਦਾ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜਾ ਮਹਾਰਾਜ ਜੀ ਆਖਦੇ ਨੇ ਕਿ ਤੂੰ ਕੰਨਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸੁਣ ਅਤੇ ਜ਼ੁਬਾਨ ਦੁਆਰਾ ਤੂੰ ਉਚਾਰਨ ਕਰ ਵਾਹਿਗੁਰੂ ਦੇ ਨਾਮ ਨੂੰ। ਸੋ ਇਸ ਤਰ੍ਹਾਂ ਕਰਕੇ ਤੂੰ ਫਿਰ ਉਹਨੂੰ ਹਿਰਦੇ ਵਿੱਚ ਤੂੰ ਧਾਰਨ ਕਰ। ਸੋ ਇਸ ਤਰ੍ਹਾਂ ਕਰਦੇ ਹੋਏ ਤਾਂ ਸਾਨੂੰ ਪ੍ਰੇਮ ਪੈਦਾ ਹੋ ਜਾਏਗਾ। ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ, ਭਾਵ ਬਿਨਾ ਭਗਤ ਨਹਿ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾ, ਅੱਜ ਜਿੱਥੇ ਆਪਾਂ ਬੈਠੇ ਹਾਂ ਇਹਦੇ ਤੋਂ ਬਿਨਾ ਪ੍ਰੇਮ ਨਹੀਂ ਪੈਦਾ ਹੁੰਦਾ। ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ, ਪ੍ਰੇਮ ਨਹੀਂ ਪੈਦਾ ਹੁੰਦਾ। ਭਾਉ ਕਹਿੰਦੇ ਨੇ ਪ੍ਰੇਮ ਨੂੰ। ਭਾਵ ਬਿਨਾ ਭਗਤ ਨਹਿ ਹੋਏ ਤੇਰੀ, ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੁੰਦੀ। ਸੋ ਜਾਣੀ ਪ੍ਰੇਮ ਪੈਦਾ ਹੋਣਾ ਜ਼ਰੂਰੀ ਹੈ। ਚਿੱਤ ਸਿਮਰਨ ਕਰੋ, ਮੇਰਾ ਚਿੱਤ ਸਿਮਰਨ ਕਰੇ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਅੱਖਾਂ ਦੁਆਰਾ ਵਾਹਿਗੁਰੂ ਮੈਂ ਤੇਰੇ ਦਰਸ਼ਨ ਕਰਾਂ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਰਬਨ ਬਾਣੀ ਸੋ ਜਸ ਪੂਰ ਰੱਖੋ। ਕੰਨਾਂ ਦੁਆਰਾ ਮੈਂ ਤੇਰੀ ਬਾਣੀ, ਨਾਮ ਨੂੰ, ਕੀਰਤਨ ਨੂੰ ਮੈਂ ਸੁਣਦਾ ਰਹਾਂ। ਸਰਬਨ ਬਾਣੀ ਸੋ ਜਸ ਪੂਰ ਰੱਖੋ, ਮਨ ਸੋ ਮਦ ਕਰ ਕਰੋ, ਚਰਨ ਹਿਰਦੈ ਧਰੋ। ਰਸਨ ਅੰਮ੍ਰਿਤ ਰਾਮ ਨਾਮ ਭਾਖੋਂ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ, ਭਾਵ ਬਿਨਾ ਭਗਤ ਨਹਿ ਹੋਏ ਤੇਰੀ। ਕਹਿ ਰਵਿਦਾਸ ਇਕ ਬੇਨਤੀ ਹਰ ਸਿਉ ਪੈਜ ਰੱਖੋ, ਰਾਜਾ ਰਾਮ ਮੇਰੀ। ਸੋ ਇਸ ਤਰ੍ਹਾਂ ਕਰਕੇ ਜਾਣੀ ਪ੍ਰੇਮ ਜੋ ਪੈਦਾ ਹੁੰਦਾ ਹੈ ਉਹ ਸਾਧ ਸੰਗਤ ਦੁਆਰਾ ਪੈਦਾ ਹੁੰਦਾ ਹੈ। ਸੋ ਅਸੀਂ ਵੱਧ ਤੋਂ ਵੱਧ ਅਸੀਂ ਸੰਗਤ ਕਰੀਏ। ਸੋ ਸੰਗਤ ਕਰੀਏ। ਜਿਹੜੀ ਸੰਗਤ ਹੈ ਇਹ ਸਹਾਈ ਹੈ। ਸੰਤ ਸਹਾਈ ਪ੍ਰੇਮ ਕੇ, ਇਹਨਾਂ ਦੁਆਰਾ ਸਾਨੂੰ ਪ੍ਰੇਮ ਪੈਦਾ ਹੁੰਦਾ ਹੈ ਸਾਡੇ ਮਨ ਦੇ ਅੰਦਰ। ਸਾਨੂੰ ਫਿਰ ਵਾਹਿਗੁਰੂ ਦੇ ਦਰਸ਼ਨ ਹੋ ਜਾਣਗੇ। ਜਦੋਂ ਪ੍ਰੇਮ ਪੈਦਾ ਹੋਏਗਾ, ਤੜਫ ਪੈਦਾ ਹੋਏਗੀ ਸਾਨੂੰ, ਅਤੇ ਫਿਰ ਵਾਹਿਗੁਰੂ ਵੀ ਸਾਨੂੰ ਅੱਗੋਂ ਸਾਨੂੰ ਪ੍ਰੇਮ ਕਰੇਗਾ। ਕਿਉਂਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਈ ਲੀਤ ਹੈ। ਭਾਵਨੀ ਭਗਤ ਪਾਈ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਗੁਰੂ ਵੱਲ ਇੱਕ ਕਦਮ ਜਾਵਾਂਗੇ ਤਾਂ ਗੁਰੂ ਵੀ ਸਾਡੇ ਵੱਲ ਕਰੋੜਾਂ ਕਦਮ ਅੱਗੇ ਵੱਧ ਕੇ ਆਉਂਦੇ ਨੇ ਸਾਨੂੰ ਲੈਣ ਵਾਸਤੇ। ਸੋ ਜਿਸ ਤਰ੍ਹਾਂ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲੈਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਗਏ। ਕਿਸੇ ਸੇਵਕ ਨੂੰ ਵੀ ਭੇਜ ਸਕਦੇ ਸਨ। ਉਹਨਾਂ ਨੇ ਆਖਿਆ ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਹੈ। ਕਹਿੰਦੇ ਆ ਜਾ ਭਾਈ, ਮੈਨੂੰ ਘੋੜੀ ਦੀਆਂ ਲਗਾਮਾਂ ਫੜਾ ਦੇ, ਮੈਂ ਤੈਨੂੰ ਲੈ ਜਾਂਦਾ ਗੁਰੂ ਨਾਨਕ ਸਾਹਿਬ ਕੋਲੇ। ਹੈਗੇ ਗੁਰੂ ਨਾਨਕ ਸਾਹਿਬ ਆਪ ਹੀ ਸੀ। ਸੋ ਇਸ ਤਰ੍ਹਾਂ ਜਿਵੇਂ ਲੈਣ ਆਉਂਦੇ ਨੇ ਗੁਰੂ ਸਾਹਿਬ ਆਪ, ਸੋ ਹੁਣ ਕਿਸ ਤਰ੍ਹਾਂ ਲੈਣ ਆਉਂਦੇ ਨੇ? ਹੁਣ ਗੁਰਬਾਣੀ ਰੂਪ ਨੇ ਸਾਡੇ ਪਾਸ ਗੁਰੂ। ਸੋ ਗੁਰਬਾਣੀ ਦੀ ਪੰਕਤੀ ਸਾਡੇ ਮਨ ਦੇ ਵਿੱਚ ਆ ਜਾਏਗੀ, ਸਾਡੀ ਰਸਨਾ 'ਤੇ ਆ ਜਾਏਗੀ। ਸਾਨੂੰ ਜੋ ਸਤਸੰਗ ਕੀਤੀ ਹੁੰਦੀ ਹੈ ਉਸ ਦੇ ਵਿੱਚੋਂ ਕੋਈ ਜੋ ਬਚਨ ਹੋਇਆ ਵਿਆ ਹੁੰਦਾ ਉਹ ਸਾਡੇ ਮਨ ਦੇ ਵਿੱਚ ਆ ਜਾਏਗਾ। ਉਹ ਜਾਣੀ ਸਾਨੂੰ ਗੁਰੂ ਹੀ ਸਾਨੂੰ ਉਪਦੇਸ਼ ਦਿੰਦੇ ਨੇ ਸਾਡੇ ਮਨ ਨੂੰ। ਹੁਣ ਇਸ ਤਰ੍ਹਾਂ ਬਾਣੀ ਦੇ ਰੂਪ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ। ਸੋ ਇਸ ਤਰ੍ਹਾਂ ਕਰਕੇ ਮਨੁੱਖ ਸੁੱਤਾ ਪਿਆ ਹੈ। ਸੁੱਤਾ ਪਿਆ ਹੋਣ ਕਰਕੇ
ਸਾਡਾ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਮਹਾਰਾਜ ਆਖਦੇ ਨੇ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਝੂਠੀ ਮਾਇਆ ਦੇ ਕਾਰਨ ਅਸੰਖਾਂ ਜੀਵ ਸੁੱਤੇ ਪਏ ਨੇ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਜੇ ਰਸਨਾ ਦੁਆਰਾ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਜਾਵੇ ਤਾਂ ਫਿਰ ਮਨੁੱਖ ਨੂੰ ਜਾਗ ਆਉਂਦੀ ਹੈ। ਜਾਗ ਕੀ ਹੁੰਦੀ ਹੈ? ਮਨ ਜਾਗਦਾ। ਅਸੀਂ ਅੱਖਾਂ ਖੁੱਲ੍ਹੀਆਂ ਨੇ, ਸਾਡਾ ਤਨ ਜਾਗ ਰਿਹਾ, ਅਸੀਂ ਕਾਰੋ ਵਿਹਾਰ ਕਰਦੇ ਹਾਂ, ਕੰਮ ਕਰਦੇ ਹਾਂ, ਪਰ ਸਾਨੂੰ ਵਾਹਿਗੁਰੂ ਨਾਲ ਸੁਰਤ ਜੋੜਨ ਦੀ ਸਾਨੂੰ ਸੋਝੀ ਨਹੀਂ ਹੁੰਦੀ। ਸਾਡਾ ਮਨ ਵਾਹਿਗੁਰੂ ਨਾਲ ਸੁਰਤ ਜੋੜਨ ਵੱਲੋਂ ਸੁੱਤਾ ਪਿਆ ਹੈ। ਸੋ ਜਾਗੇਗਾ ਕਿਵੇਂ? ਮਹਾਰਾਜ ਕਹਿੰਦੇ ਜੇ ਰਸਨਾ ਦੁਆਰਾ ਤੂੰ ਨਾਮ ਦਾ ਉਚਾਰਨ ਕਰੇਂਗਾ, ਤੂੰ ਵਾਹਿਗੁਰੂ 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 ਬਾਰ-ਬਾਰ ਤੂੰ ਜਪੇਂਗਾ। ਸੋ ਇਹ ਤਰੀਕਾ ਹੈ ਮਨ ਨੂੰ ਜਗਾਉਣ ਦਾ। ਮਨ ਜਾਗਦਾ ਹੈ ਇਸ ਤਰ੍ਹਾਂ ਕਰਕੇ। ਰਸਨਾ ਦੁਆਰਾ ਵੀ ਹਰ ਕੋਈ ਨਾਮ ਨਹੀਂ ਜਪ ਸਕਦਾ, ਉਸ ਦੀ ਕਿਰਪਾ ਹੋਏਗੀ ਤਾਂ ਨਾਮ ਜਪਿਆ ਜਾਏਗਾ। ਮਹਾਰਾਜ ਆਖਦੇ ਨੇ ਜੇ ਕਿਰਪਾ ਹੋਏਗੀ ਤਾਂ ਤੇ ਤੋਂ ਨਾਮ ਜਪਿਆ ਜਾਊਗਾ। ਕਿਰਪਾ ਨਾਲ ਹੀ ਸਤਸੰਗ ਹੁੰਦੀ ਹੈ। ਮਹਾਰਾਜ ਦੇ ਪਾਸੋਂ ਸਾਨੂੰ ਕਿਰਪਾ ਮੰਗਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਅੱਗੇ ਸਾਨੂੰ ਅਰਦਾਸ ਬੇਨਤੀ ਜੋਦੜੀ ਬਾਰੰਬਾਰ ਸਾਨੂੰ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਸੰਗਤ ਬਖਸ਼ੋ ਮਹਾਰਾਜ ਜੀ। ਸੋ ਸੰਗਤ ਹੋਏਗੀ, ਸਾਨੂੰ ਸੋਝੀ ਆਏਗੀ, ਸਾਡਾ ਨਾਮ ਜਪਣ ਨੂੰ ਚਿੱਤ ਕਰੇਗਾ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਏ। ਮੈਂ ਉਹਨਾਂ ਦੇ ਪੈਰਾਂ ਦੇ ਵਿੱਚ ਲੱਗਦਾ, ਮੈਂ ਉਹਨਾਂ ਦੇ ਪੈਰਾਂ 'ਤੇ ਨਮਸਕਾਰ ਕਰਦਾ ਐਸੇ ਗੁਰਮੁਖਾਂ ਦੇ। ਸੋ ਜੇ ਐਸਾ ਗੁਰਮੁਖ ਸਾਨੂੰ ਨਾ ਲੱਭੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਤਾਂ ਸਾਤੋਂ ਕੋਈ ਦੂਰ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਅਸੀਂ ਆਈਏ। ਸੋ ਮਹਾਰਾਜ ਨੂੰ ਨਮਸਕਾਰ ਕਰੀਏ। ਮਹਾਰਾਜ ਜੀ ਆਪ ਹੀ ਸਾਡੇ ਨਾਲ ਪ੍ਰੇਮ ਸਾਡਾ ਲਾਓ, ਅਤੇ ਉਹ ਪ੍ਰੇਮ ਸਾਡਾ ਲੱਗੇਗਾ ਕਿ ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ ਭਾਈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ। ਤੂੰ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਉੱਠੇਂਗਾ, ਤੂੰ ਨਾਮ ਜਪੇਂਗਾ। ਸੋ ਉਸ ਨੂੰ ਸੁਣ ਕੇ ਕੀ ਹੋਏਗਾ? ਵਾਹਿਗੁਰੂ ਸਾਨੂੰ ਪਿਆਰ ਕਰੇਗਾ, ਪ੍ਰੇਮ ਕਰਦਾ ਸਾਨੂੰ ਵਾਹਿਗੁਰੂ ਵੀ। ਅਸੀਂ ਨਾਮ ਜਪਾਂਗੇ, ਅੰਮ੍ਰਿਤ ਵੇਲੇ ਉੱਠਾਂਗੇ ਤਾਂ ਗੁਰੂ ਦਾ ਵੀ ਸਾਨੂੰ, ਗੁਰੂ ਨੂੰ ਅਸੀਂ ਫਿਰ ਪਿਆਰੇ ਲੱਗਾਂਗੇ। ਸੋ ਸਾਡਾ ਆਪਸ ਵਿੱਚ ਪਰਸਪਰ ਸਾਡਾ ਪਿਆਰ ਬਣੇਗਾ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਅਤੇ ਔਰ ਜੋ ਗੁਰਸਿੱਖ ਪਿਆਰੇ ਨੇ, ਇਹ ਸਹਾਈ ਨੇ ਪਿਆਰ ਦੇ। ਸਾਨੂੰ ਇਹਨਾਂ ਦੇ ਜਾਣੀ ਗੁਰੂ ਦੇ ਚਰਨਾਂ ਨਾਲ ਸਾਨੂੰ ਜੁੜਨਾ ਚਾਹੀਦਾ ਹੈ, ਤਾਂ ਕਰਕੇ ਸਾਡਾ ਪਿਆਰ ਗੁਰੂ ਸਾਹਿਬ ਨਾਲ ਵੱਧ ਤੋਂ ਵੱਧ ਵੱਧਦਾ ਰਹੇ। ਸੋ ਜਿਸ ਵਾਹਿਗੁਰੂ ਨੂੰ ਅਸੀਂ ਮਿਲਣਾ ਹੈ ਉਹ ਰਹਿੰਦਾ ਕਿੱਥੇ ਹੈ? ਮਹਾਰਾਜ ਕਹਿੰਦੇ ਵਣ ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਉਹ ਰਹਿੰਦਾ ਭਾਈ ਸਾਰਿਆਂ ਦੇ ਹਿਰਦੇ ਦੇ ਵਿੱਚ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਾ ਰਹਿੰਦਾ ਹੋਵੇ। ਉਸ ਪ੍ਰਭੂ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਪ੍ਰਭੂ ਨੂੰ ਮਿਲਣਾ ਕਿਸ ਦੇ ਨਾਲ ਆ? ਗੁਰੂ ਦੀ ਕਿਰਪਾ ਨਾਲ। ਹਉਮੈ ਦੀ ਦੀਵਾਰ ਆ ਤਾਂ ਸਾਤੋਂ ਮਿਲਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ। ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਫਰਮਾਨ ਕਰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਹਉਮੈ ਦਾ ਨਾਸ ਹੁੰਦਾ ਹੈ। ਹਉਮੈ ਦਾ ਨਾਸ ਹੋਏਗਾ, ਸਾਡਾ ਵਾਹਿਗੁਰੂ ਨਾਲ ਮਿਲਾਪ ਹੋ ਜਾਏਗਾ। ਵਿਣ ਪ੍ਰਭ ਕਿਉਂ ਸੁਖ ਪਾਈ ਹੈ। ਸੋ ਉਹ ਜੋ ਜਗਿਆਸੂ ਰੂਪ ਇਸਤਰੀਆਂ ਨੇ, ਉਹਨਾਂ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਜੋ ਮਾਇਆ ਵਿੱਚ ਸੁੱਖ ਨਹੀਂ ਹੈ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਬਹੁਤਾ ਜ਼ਿਆਦਾ ਧਨ ਖੱਟ ਕੇ ਲਿਆਈਏ, ਇਹਦੇ ਵਿੱਚ ਵੀ ਸੁੱਖ ਨਹੀਂ। ਅਖੀਰ ਵਿੱਚ ਦੁੱਖ ਰੂਪ ਹੋ ਜਾਂਦਾ ਹੈ। ਬਹੁਤ ਜ਼ਿਆਦਾ ਨੇ ਲੋਕ, ਬਹੁਤ ਅਮੀਰ ਨੇ, ਉਹਨਾਂ ਦੇ ਬੱਚੇ ਫਿਰ ਵੀ ਆਤਮ ਹੱਤਿਆ ਕਰ ਲੈਂਦੇ ਨੇ, ਕੋਈ ਨਸ਼ਿਆਂ ਵਿੱਚ ਪੈ ਜਾਂਦੇ ਨੇ। ਸੋ ਮਾਤਾ ਪਿਤਾ ਫਿਰ ਦੁਖੀ ਤੇ ਦੁਖੀ ਰਹਿੰਦੇ ਨੇ। ਜਾਣੀ ਬਹੁਤਾ ਧਨਵਾਨ ਬੰਦਾ ਵੀ ਕੋਈ ਸੁਖੀ ਨਹੀਂ ਹੈ। ਅਤੇ ਹੋਰ ਟੈਕਸ ਲੱਗਦੇ ਨੇ, ਟੈਨਸ਼ਨ ਹੋ ਜਾਂਦੀ ਹੈ ਕਿ ਮਾਇਆ ਨੂੰ ਸੰਭਾਲ ਕੇ ਹੁਣ ਕਿਵੇਂ ਰੱਖਾਂ। ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ। ਨਿਰਤ ਨਾਟਕ ਕੋਈ ਦੇਖਦਾ ਹੈ, ਸੋ ਨਾਟਕ ਚੇਟਕ ਕੋਈ ਦੇਖ ਰਿਹਾ, ਉਸ ਵਿੱਚ ਵੀ ਮਹਾਰਾਜ ਕਹਿੰਦੇ ਸੁੱਖ ਨਹੀਂ। ਉਸ ਵਿੱਚ ਵੀ ਕੋਈ ਸੁੱਖ ਨਹੀਂ, ਕੋਈ ਸੁੱਖ ਨਹੀਂ ਹੈ ਉਸ ਦੇ ਵਿੱਚ ਵੀ। ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ। ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਬਹੁਤੇ ਦੇਸ਼ਾਂ ਵਿੱਚ ਜਾ ਕੇ ਕਮਾਈਆਂ ਕਰਦਾ ਫਿਰੇ ਮਨੁੱਖ ਤਾਂ ਵੀ ਸੁੱਖ ਨਹੀਂ ਹੈ। ਦੌੜ ਲੱਗੀ ਪਈ ਹੈ ਬਹੁਤ ਜ਼ਿਆਦਾ।
महाराज कहते सुख है किस दे विच? परमेश्वर के गुण गाउण विच सुख है, परमेश्वर की उस्तत करन विच, परमेश्वर की वडियाई करन विच सुख है। सो ऐसा सुख परमेश्वर की वडियाई, परमेश्वर के नाम तो बिना किसी नूं भी प्राप्त नहीं हो सकता। विण प्रभ क्यों सुख पाई है? प्रभु तो बिना किसी नूं भी सुख नहीं मिलता, प्रभु के नाम तो बिना किसी नूं भी सुख नहीं मिलता। प्रभु का नाम जपीए, सत्संग करिए, कीर्तन सुनीए, उसकी जानी वडियाई करिए, गुरबाणी पढ़ीए, इस विच सुख है। दूजी ना ही जाए, होर कोई दूसरी जगह नहीं है जिथे किते जाके कोई सुख मिल जाए। सुख मिलता है सतगुरां दी शरण विच आके, गुरपूरे दी शरण विच आके सुख मिलता है। सो इत्थे सुखां दा खजाना है, सुखां दा भंडारा है, क्योंकि इत्थे भगती दा भंडारा है। इस दे नाल सानूं सुख मिलता है, होर किते भी कोई सुख नहीं मिलेगा, जितना मर्जी भी कोई कोशिश करे। महाराज अगे फरमान करते ने, जिनी चाखिया प्रेम रस से तृप्त रहे आगाए। जिन्होंने प्रेम का रस चख लिया, देखो रस 6 प्रकार के रस ने, मधुर, अमल, लवण, कटु, तिक्त, कषय। ये जो असी पदार्थों के रस लैने, ये 6 प्रकार के रस होया करते हैं। सो इन्हां रसां दे विच मनुख विचरदा है। ये हुण सानूं रस आ रहा है, कोई भी असी वस्तु मान लो असी खा रहे हैं, असी प्रशादा छक रहे हैं, सानूं दाल सब्जी प्रशादा बहुत सानूं स्वाद लग रहा। असी पहली रोटी असी खाधी है तो दूसरी रोटी असी खाने तो साडा जिहड़ा स्वाद आ चलिया जांदा है, फिर असी कहने बस बहुत है। कोई भी चीज़ असी छक लीए, भावें दुध पी लीए, भावें कोई होर वस्तु असी जो भी छकते हैं, उसकी फिर मनुख कहता बस करो जी हुण मैं बहुत छक लिया, क्योंकि उस समय ना उन्होंने स्वाद आना बंद हो जाता है, उसनों कोई टेस्ट नहीं आएगा। सो इस विच जानी सुख नहीं है, बहुता खाएगा तो भी कोई सुख नहीं है। पर जिहड़ा प्रेम का रस है ना, इस विच सुख ही सुख है, उस विच तृप्ति मिलती है। मनुख ने हुण भोजन छक लिया, दोबारा फिर भुख लगी आई, फिर भोजन छक लिया, फिर भुख लगी आई। जानी जिहड़ा प्रेम का रस है, महाराज कहते जिनी चाखिया प्रेम रस से तृप्त रहे आगाए। रस सोयना रस रूपा कामण कामण रस परमल की वास। रस घोड़े रस सेजा मंदर, रस मीठा रस मास। एते रस शरीर के कै घट नाम निवास। ये रसां दी महाराज ने गिणती करी है। किसी नूं सोना पहनण का रस है, किसी नूं चांदी पहनण का रस है। रस सोयना रस रूपा कामण रस इस्त्री का रस, जो परमल की वास सुगंधियां लैण का रस। रस सोयना रस रूपा कामण रस परमल की वास। रस घोड़े मेरे पास सोहनी सवारी होवे। रस सेजा मंदर रस मीठा रस मास। तरह तरह के पदार्थ दुनिया छकदी है। सो गलत भी छकदी है, शराबां पींदी है दुनिया, मांस मुर्गे खाती है। सो ऐसे गलत जो रस ने उन्होंने दुनिया लैंदी है। महाराज कहते तेरे शरीर दे विच इतने ज़्यादा रस ने, ये शब्द दे विच 9 प्रकार के रसां की महाराज ने गिणती करी है। सो इतने रस तेरे अंदर वसे हुए ने तेरे मन दे विच, तां फिर नाम का निवास तेरा कित्थे होवे। नाम का निवास तां होएगा जे तेरा मन अंदरों खाली होएगा। सो इतने ज़्यादा रस तां तेरे अंदर भरे पे ने। रस सोयना रस रूपा कामण रस परमल की वास। रस घोड़े रस सेजा मंदर रस मीठा रस मास। एते रस शरीर के कै घट नाम निवास। किथे नाम का निवास तेरे अंदर होएगा, भाव के नहीं होएगा। इन्हां रसां नूं तू छड्डेगा तां तेरे अंदर नाम का प्रकाश होएगा, नाम का निवास होएगा। सो महाराज ने आख्या है जिनी चाखिया प्रेम रस। पर जिन्हां ने प्रेम का रस चखिया है, ये तो आप गल करी है जो दुनियावी रस ने, पर जो प्रेम का रस जिहड़े चखते हैं, भाव के गुरबाणी विच निरा प्रेम है, कीर्तन विच निरा प्रेम है। ऐसे प्रेम का रस गुरु नाल निरा प्रेम आ, प्रेम की मूर्त है। जत्तर तत्तर दिशा विसा होई फैलियो अनुराग। प्रेम रूप हो के वाहिगुरु सब प्रकार सब जगह के उपर महाराज जी अकाल पुरख वाहिगुरु जी हाज़र नाज़र हैं। सो उस दे नाल जो प्यार करता है, जिनी चाखिया प्रेम रस से तृप्त रहे आगाए, उन्होंने तृप्ति मिल जाएगी, वो रज जाणगे। जानी
ਉਹਨਾਂ ਦੇ ਮਨ ਦੀ ਜੋ ਤ੍ਰਿਸ਼ਨਾ ਹੈ ਉਸ ਦਾ ਨਾਸ ਹੋ ਜਾਏਗਾ। ਪਰ ਸਾਨੂੰ ਫਿਰ ਬੇਨਤੀ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀਓ, ਸਾਨੂੰ ਕੋਈ ਪ੍ਰੇਮ ਦਾ ਰਸ ਨਹੀਂ ਆ ਰਿਹਾ, ਸਾਨੂੰ ਮਹਾਰਾਜ ਜੀ ਕਿਰਪਾ ਕਰੋ, ਆਪ ਜੀ ਕਿਰਪਾ ਕਰਕੇ ਸਾਨੂੰ ਆਪਣੇ ਲੜ ਲਾ ਲਓ। ਆਪ ਤਿਆਗ ਬੇਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਆਪਾ ਪਾਪ ਤਿਆਗ ਕੇ, ਪਾਪ ਕੇ ਹਉਮੈ ਤਿਆਗ ਕੇ, ਆਪਣੀ ਜੋ ਆਪਣਤ ਹੈ ਇਹਨੂੰ ਤਿਆਗ ਕੇ ਮਹਾਰਾਜ ਕਹਿੰਦੇ ਤੂੰ ਆਪਾ ਤਿਆਗ ਕਰਕੇ ਬੇਨਤੀ ਕਰ। ਆਪ ਤਿਆਗ ਬੇਨਤੀ ਕਰ ਹੈ, ਆਪਾ ਤਿਆਗ ਕਰਕੇ ਤੂੰ ਬੇਨਤੀ ਕਰੇਗਾ। ਕੀ ਬੇਨਤੀ ਕਰਨੀ ਹੈ? ਲੇਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਤੂੰ ਮੈਨੂੰ ਆਪਣੇ ਲੜ ਲਾ ਲੈ, ਆਪਣੇ ਪੱਲੇ ਨਾਲ ਲਾ ਲੈ। ਗੁਰੂ ਦਾ ਪੱਲਾ ਕੀ ਹੈ? ਜਿਵੇਂ ਕਿ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪੱਲਾ ਪਕੜ ਕਰਕੇ 52 ਰਾਜੇ ਮੁਕਤ ਹੋ ਗਏ ਸੀ। ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਕਿਰਪਾ ਕਰੋ। ਆਪ ਜੀ ਦੀ ਕਿਰਪਾ ਦੇ ਨਾਲ ਅਸੀਂ ਜੇਲ੍ਹ ਵਿੱਚ ਵੀ ਸਾਨੂੰ ਸਤਸੰਗ ਮਿਲਦਾ ਰਿਹਾ, ਕਿਉਂਕਿ ਗਵਾਲੀਅਰ ਦੇ ਕਿਲ੍ਹੇ ਵਿੱਚ ਉਹ 52 ਰਾਜੇ ਕੈਦ ਸਨ। ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਜਗ੍ਹਾ ਪਰ ਰਹਿ ਰਹੇ ਨੇ, ਗਵਾਲੀਅਰ ਦੇ ਕਿਲ੍ਹੇ ਦੇ ਵਿੱਚ, ਅਤੇ ਉਸ ਅਸਥਾਨ ਦੇ ਉੱਪਰ ਸਤਸੰਗ ਦਾ ਮਾਹੌਲ ਬਣ ਗਿਆ। ਜਿੱਥੇ ਗੁਰੂ ਰਹਿੰਦੇ ਨੇ ਉੱਥੇ ਸਤਸੰਗ ਤਾਂ ਹੋਣੀ ਆ। ਜਿਹੜਾ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਰਸ਼ਦਾਂ ਵਗੈਰਾ ਆਉਂਦੀਆਂ ਸਨ, ਉਹ ਮਹਾਰਾਜ ਜੀ ਰਾਜਿਆਂ ਨੂੰ ਦੇ ਦਿੰਦੇ ਸਨ ਕਿ ਆਪ ਜੀ ਵਧੀਆ ਭੋਜਨ ਪ੍ਰਸ਼ਾਦ ਬਣਾ ਕੇ ਛਕੋ ਜੀ। ਪਰ ਮਹਾਰਾਜ ਜੀ ਆਪ ਕਿਰਤੀ ਸਿੱਖਾਂ ਦੁਆਰਾ ਕਿਰਤ ਵਿੱਚੋਂ ਜੋ ਕਮਾਈ ਕਰਦੇ ਸਨ ਉਸ ਦੁਆਰਾ ਮਹਾਰਾਜ ਜੀ ਭੋਜਨ ਛਕਦੇ ਸਨ। ਰਾਜ ਦਰਬਾਰ ਦਾ ਭੋਜਨ ਸੱਚੇ ਪਾਤਸ਼ਾਹ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਾਣੀ ਨਹੀਂ ਛਕਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੱਲਾ ਪਕੜ ਲਿਆ ਉਹਨਾਂ ਨੇ। ਮਹਾਰਾਜ ਜੀ ਕਿਰਪਾ ਕਰੋ, ਕੋਈ ਵੀ ਵਿਧ ਜੁਗਤੀ ਬਣਾਓ ਕਿ ਅਸੀਂ ਇਸ ਜੇਲ੍ਹ 'ਚੋਂ, ਕੈਦਖਾਨੇ 'ਚੋਂ ਅਸੀਂ ਬਾਹਰ ਨਿਕਲ ਜਾਈਏ। ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਆਖਿਆ, ਕਿਉਂਕਿ ਜੋ ਜਹਾਂਗੀਰ ਹੈ ਇਸ ਨੇ ਆਖਿਆ ਸੀ ਕਿ ਜੋ ਆਪ ਜੀ ਦਾ ਪੱਲਾ ਪਕੜ ਕੇ ਆ ਜਾਣਗੇ ਨਾ ਰਾਜੇ, ਉਹ ਮੁਕਤ ਹੋ ਜਾਣਗੇ। ਪਹਿਲਾਂ ਤਾਂ ਉਹਨੇ ਆਖਿਆ ਕਿ ਮੈਂ ਇਹਨਾਂ ਰਾਜਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਕੇ, ਬਹੁਤ ਜ਼ਿਆਦਾ ਫੌਜਾਂ ਮਰੀਆਂ ਨੇ, ਮੈਂ ਇਹਨਾਂ ਨੂੰ ਕੈਦ ਕੀਤਾ ਹੈ। ਜੇ ਇਹਨਾਂ ਨੂੰ ਛੁਡਾ ਲਿੱਤਾ ਗਿਆ ਤਾਂ ਫਿਰ ਦੁਬਾਰੇ ਫਤੂਰ ਪਾਉਣਗੇ, ਸੋ ਦੁਬਾਰੇ ਜਾਣੀਏ ਬਗਾਵਤ ਖੜੀ ਕਰਨਗੇ। ਸੋ ਮੰਨਦੇ ਨਹੀਂ ਸੀ। ਫਿਰ ਜਦੋਂ ਮਹਾਰਾਜ ਨੇ ਆਖਿਆ ਕਿ ਅਸੀਂ ਵੀ ਫਿਰ ਜੇਲ੍ਹ ਵਿੱਚੋਂ ਨਹੀਂ ਬਾਹਰ ਆਉਣਾ, ਤਾਂ ਜਹਾਂਗੀਰ ਨੂੰ ਤਕਲੀਫ ਹੋਣ ਲੱਗੀ। ਤਾਂ ਉਹਨੇ ਹੁਕਮ ਦੇ ਦਿੱਤਾ ਕਿ ਮਹਾਰਾਜ ਜੀ ਆਪ ਜੀ ਜ਼ਰੂਰ ਜੇਲ੍ਹ ਵਿੱਚੋਂ ਬਾਹਰ ਆਓ, ਜਾਣੀ ਕਿਲ੍ਹੇ ਦੇ ਵਿੱਚੋਂ ਆਪ ਜੀ ਬਾਹਰ ਆਓ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਆ ਨਹੀਂ ਰਹੇ ਸੀ ਤਾਂ ਉਹਨਾਂ ਨੇ ਆਖਿਆ ਜਹਾਂਗੀਰ ਨੇ ਕਿ ਜੋ ਆਪ ਜੀ ਦਾ ਪੱਲਾ ਪਕੜ ਕੇ ਰਾਜੇ ਆ ਜਾਣਗੇ ਨਾ, ਉਹ ਬਾਹਰ ਆ ਸਕਦੇ ਨੇ, ਅਤੇ ਜਿਸ ਨੇ ਆਪ ਜੀ ਦਾ ਪੱਲਾ ਪਕੜ ਲਿਆ ਉਹ ਰਾਜੇ ਬਾਹਰ ਆ ਜਾਣਗੇ, ਜਿਹੜਾ ਨਹੀਂ ਪਕੜ ਸਕੇਗਾ ਉਹ ਅੰਦਰੇ ਰਹੂਗਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਫਿਰ 52 ਕਲੀਆਂ ਵਾਲਾ ਚੋਲਾ, ਜਾਣੀ 52 ਮਹਾਰਾਜ ਨੇ ਪੱਲੇ ਬਣਵਾਏ। ਇੱਕ ਇੱਕ ਰਾਜੇ ਨੇ ਇੱਕ ਇੱਕ ਪੱਲਾ ਪਕੜਿਆ। ਸੋ ਉਹਨੂੰ ਪਕੜ ਕਰਕੇ ਰਾਜੇ ਜਾਣੀ ਮੁਕਤ ਹੋ ਗਏ, ਆਜ਼ਾਦ ਹੋ ਗਏ। ਗੁਰੂ ਦਾ ਜਾਣੀ ਪੱਲਾ ਪਕੜ ਲਿਆ, ਗੁਰੂ ਦੇ ਜਾਣੀ ਚਰਨੀ ਲੱਗੇ। ਆਪ ਤਿਆਗ ਬੇਨਤੀ ਕਰੈ, ਜਿਹੜਾ ਕਿ ਆਪਾ ਪਾਪ ਤਿਆਗ ਕਰਕੇ ਉਹਨਾਂ ਰਾਜਿਆਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ, ਇਹ ਪ੍ਰਭੂ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਇੱਥੋਂ ਤਾਰ ਲਓ। ਲੇਹੂ ਪ੍ਰਭੂ ਲੜ ਲਾਏ, ਸਾਨੂੰ ਆਪਣੇ ਲੜ ਲਾ ਕੇ ਪੱਲਾ ਪਕੜਾ ਕੇ ਸਾਨੂੰ ਤਾਰ ਲਓ। ਸੋ ਮਹਾਰਾਜ ਦੀ ਕਿਰਪਾ ਨਾਲ ਜਾਣੀ ਉਹ 52 ਰਾਜੇ ਮੁਕਤ ਹੋ ਗਏ। ਸੋ ਇਹ ਤਾਂ ਹੈ ਬਾਹਰੀ ਰੂਪ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤ ਕਰਵਾਇਆ। ਹੁਣ ਦੂਸਰਾ ਭਾਵ ਇਸ ਦਾ ਸ਼ਬਦ ਦਾ ਕੀ ਹੈ ਕਿ ਆਪਾ ਭਾਵ ਤਿਆਗ ਕੇ, ਹਉਮੈ ਦਾ ਤਿਆਗ ਕਰਕੇ ਅਸੀਂ ਜੋ ਇੱਥੇ ਰਹਿ ਰਹੇ ਹਾਂ, ਇਹ ਜੋ ਸੰਸਾਰ ਵਿੱਚ ਰਹਿ ਰਹੇ ਹਾਂ, ਇਹ ਵੀ ਇੱਕ ਜੇਲ੍ਹ ਖਾਨਾ ਹੈ। ਇਸ ਵਿੱਚ ਸਾਨੂੰ ਬੰਧਨ ਪਏ ਹੋਏ ਹਨ। ਜਿਵੇਂ ਜੇਲ੍ਹ ਵਿੱਚ ਬੰਧਨ ਹੁੰਦੇ ਹਨ, ਅਸੀਂ ਬਾਹਰ ਨਹੀਂ ਨਿਕਲ ਸਕਦੇ, ਇਸੇ ਤਰ੍ਹਾਂ ਸਾਨੂੰ ਇੱਥੇ ਵੀ ਬੰਧਨ ਨੇ। ਉਹ ਬੰਧਨ ਕਾਹਦਾ? ਹਉਮੈ ਦਾ ਬੰਧਨ ਹੈ, ਜਨਮ ਮਰਨ ਦਾ ਬੰਧਨ ਹੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨ ਹੈ, ਫਿਰ ਜੂਨੀ ਪਾਏ। ਸੋ ਇਹ ਬੰਧਨ ਹੈ ਸਾਨੂੰ ਹਉਮੈ ਦਾ। ਸੋ ਇਹ ਅਸੀਂ ਆਪਾ ਭਾਵ ਤਿਆਗ ਕਰਕੇ, ਹਉਮੈ ਨੂੰ ਤਿਆਗ ਕਰਕੇ, ਨਿਮਰਤਾ ਦੇ ਵਿੱਚ ਆ ਕੇ ਸਤਿਗੁਰਾਂ ਨੂੰ ਜਦੋਂ ਅਸੀਂ ਬੇਨਤੀ ਕਰਾਂਗੇ ਕਿ ਹੇ ਪ੍ਰਭੂ ਜੀ
ਸਾਨੂੰ ਘੁੰਮਦਿਆਂ ਨੂੰ ਬਹੁਤ ਸਾਨੂੰ ਜਨਮ ਬੀਤ ਗਏ। ਅਸੀਂ ਅੱਜ ਦੇ ਨਹੀਂ ਅਸੀਂ ਘੁੰਮਦੇ ਆ ਰਹੇ, ਯੁੱਗਾਂ ਤੋਂ ਅਸੀਂ ਘੁੰਮਦੇ ਆ ਰਹੇ ਹਾਂ ਮਹਾਰਾਜ ਜੀ, ਪਰ ਸਾਨੂੰ ਮੁਕਤੀ ਪ੍ਰਾਪਤ ਨਹੀਂ ਹੋਈ। ਸਾਡਾ ਆਵਾਗਾਉਣ ਦਾ ਸਾਡਾ ਚੱਕਰ ਨਹੀਂ ਮਿਟਿਆ। ਸੋ ਕਿਤਨੇ ਯੁੱਗ ਹੋ ਗਏ, ਮਹਾਰਾਜ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਫਿਰਦੇ ਫਿਰਦੇ ਨੂੰ ਤੈਨੂੰ ਬਹੁਤ ਯੁੱਗ ਹੋ ਗਏ, ਹੁਣ ਤੈਨੂੰ ਮਨੁੱਖਾ ਦੇਹ ਹੀ ਮਿਲ ਗਈ ਹੈ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ। ਇਹ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਮਿਲੀ ਹੈ। ਮਹਾਰਾਜ ਆਖਦੇ ਨੇ ਕਿ ਤੂੰ ਇਸ ਵਾਰੀ ਨੂੰ ਖੁੰਝਾ ਨਾ, ਤੂੰ ਇਸ ਦਾ ਲਾਭ ਲੈ, ਲਾਹਾ ਲੈ। ਸੋ ਜਾਣੀ ਇਹ ਬੰਧਨ ਕੀ ਨੇ? ਸਾਨੂੰ ਹਉਮੈ ਦਾ ਬੰਧਨ ਹੈ। ਸੋ ਅਸੀਂ ਆਪਾ ਭਾਵ ਤਿਆਗ ਕਰਕੇ ਨਿਮਰਤਾ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰੀਏ, ਹੇ ਪ੍ਰਭੂ ਜੀ ਸਾਨੂੰ ਆਪਣੇ ਲੜ ਲਾ ਲਓ। ਹੁਣ ਲੜ ਕੀ ਹੈ? ਗੁਰੂ ਦਾ, ਗੁਰਬਾਣੀ ਗੁਰੂ ਦਾ ਪੱਲਾ ਹੈ, ਗੁਰਬਾਣੀ ਗੁਰੂ ਦਾ ਲੜ ਹੈ। ਗੁਰਬਾਣੀ ਦੇ ਨਾਲ ਜੋ ਜੁੜ ਗਿਆ ਉਹਦਾ ਪਾਰ ਉਤਾਰਾ ਹੋ ਜਾਏਗਾ। ਸੋ ਗੁਰਬਾਣੀ ਨਾਲ ਅਸੀਂ ਭਾਈ ਜੁੜੀਏ, ਗੁਰਬਾਣੀ ਦਾ ਪੱਲਾ ਅਸੀਂ ਪਕੜੀਏ, ਅਸੀਂ ਨਿਤਨੇਮ ਨਾ ਛੱਡੀਏ। ਜਿਹਨੇ ਨਿਤਨੇਮ ਛੱਡਤਾ ਨਾ ਕਰਨਾ, ਉਹ ਸਮਝ ਲਓ ਉਸਨੇ ਗੁਰੂ ਦਾ ਪੱਲਾ ਛੱਡਤਾ। ਸੋ ਜਿਹਨੇ ਗੁਰਬਾਣੀ ਨਹੀਂ ਜਿਹੜਾ ਪੜ੍ਹਦਾ, ਨਾਮ ਨਹੀਂ ਜਿਹੜਾ ਜਪਦਾ, ਉਹਨੇ ਗੁਰੂ ਦਾ ਪੱਲਾ ਛੱਡਤਾ। ਜਿਹੜਾ ਰਹਿਤਾ ਨਹੀਂ ਰੱਖਦਾ, ਉਹਨੇ ਗੁਰੂ ਦਾ ਪੱਲਾ ਛੱਡਤਾ। ਅੰਮ੍ਰਿਤ ਵੀ ਛਕ ਲਿਆ ਪਰ ਨਿਤਨੇਮ ਨਹੀਂ ਕਰਦਾ, ਗੁਰੂ ਦਾ ਜਾਣੀ ਉਸਨੇ ਪੱਲਾ ਛੱਡਿਆ ਹੋਇਆ ਹੈ। ਸੋ ਇਉਂ ਨਹੀਂ ਅਸੀਂ ਕਰਨਾ, ਗੁਰੂ ਦਾ ਪੱਲਾ ਅਸੀਂ ਪਕੜ ਕਰਕੇ ਰੱਖਣਾ। ਅਸੀਂ ਪੱਲਾ ਪਕੜਾਂਗੇ। ਪੱਲਾ ਕੀ ਹੈ? ਗੁਰਬਾਣੀ ਗੁਰੂ ਦਾ ਪੱਲਾ ਹੈ, ਨਾਮ ਗੁਰੂ ਦਾ ਪੱਲਾ ਹੈ। ਸੋ ਅਸੀਂ ਨਾਮ ਰੂਪ ਪੱਲੇ ਨੂੰ ਪਕੜੀਏ, ਗੁਰਬਾਣੀ ਰੂਪ ਪੱਲੇ ਨੂੰ ਅਸੀਂ ਪਕੜ ਕਰਕੇ ਰੱਖੀਏ, ਤਾਂ ਕਰਕੇ ਸਾਡਾ ਉਧਾਰ ਹੋ ਜਾਏਗਾ। ਸੋ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਦਾ, ਗੁਰਬਾਣੀ ਦਾ, ਸੇਵਾ ਸਿਮਰਨ ਦਾ ਸਾਨੂੰ ਪੱਲਾ ਮਹਾਰਾਜ ਜੀ ਸਾਨੂੰ ਦਿੰਦੇ ਰਹੋ। ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਬਾਂਹ ਤੋਂ ਫੜ ਕੇ ਮਹਾਰਾਜ ਜੀ ਆਪ ਜੀ ਕੱਢ ਲਓ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ। ਕਹੋ ਨਾਨਕ ਗੁਰ ਬੰਧਨ ਕਾਟੇ ਵਿਛੜਤੇ ਆਨ ਮਿਲਾਇਆ। ਸਾਨੂੰ ਵਿਛੜੇ ਹੋਇਆਂ ਨੂੰ ਵਾਹਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਮਿਲਾ ਲਓ। ਆਪ ਜੀ ਜਾਣੀ ਕਿਰਪਾ ਕਰੋ। ਸੋ ਇਸ ਤਰ੍ਹਾਂ ਅਸੀਂ ਜਾਣੀ ਬੇਨਤੀ ਕਰੀਏ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ। ਜੋ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਈਆਂ ਜੀਵ ਰੂਪ ਇਸਤਰੀਆਂ, ਜੋ ਹਰੀ ਪਰਮੇਸ਼ਰ ਰੂਪ ਕੰਤ ਨਾਲ ਮਿਲ ਗਈਆਂ, ਸੇ ਵਿਛੜ ਕਤੈ ਨਾ ਜਾਏ। ਉਹ ਫਿਰ ਵਿਛੜ ਕੇ ਨਹੀਂ ਕਿਤੇ ਜਾਂਦੀਆਂ, ਉਹਨਾਂ ਦਾ ਸੰਪੂਰਨ ਰੂਪ ਵਿੱਚ ਮਿਲਾਪ ਹੋ ਜਾਂਦਾ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦੇ ਨੇ, ਇਸੇ ਤਰ੍ਹਾਂ ਹੀ ਉਹ ਜੀਵ ਰੂਪ ਇਸਤਰੀਆਂ ਮਿਲ ਕੇ ਵਾਹਿਗੁਰੂ ਦਾ ਰੂਪ ਬਣ ਜਾਂਦੀਆਂ ਨੇ। ਸੋ ਇਹ ਪਰਮੇਸ਼ਰ ਦੀ ਰੀਤ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ। ਇਹ ਰੀਤ ਭਲੀ ਭਗਵੰਤ ਹੈ। ਇਹ ਪਰਮੇਸ਼ਰ ਦੀ ਰੀਤ ਹੈ, ਪਰਮੇਸ਼ਰ ਦਾ ਇਹ ਬਿਰਦ ਹੈ ਕਿ ਜਦੋਂ ਵਾਹਿਗੁਰੂ ਨੂੰ ਵਸ ਵਿੱਚ ਕਰ ਲਿਆ, ਪ੍ਰੇਮ ਦੇ ਨਾਲ ਕਰ ਲਿਆ, ਤਾਂ ਫਿਰ ਵਾਹਿਗੁਰੂ ਉਹਨਾਂ ਦਾ ਫਿਰ ਪੱਲਾ, ਵਾਹਿਗੁਰੂ ਵੀ ਉਹਨਾਂ ਨੂੰ ਨਹੀਂ ਛੱਡਦਾ। ਜਿਨ੍ਹਾਂ ਨੇ ਵਾਹਿਗੁਰੂ ਦਾ ਪੱਲਾ ਪਕੜਿਆ ਹੋਇਆ ਹੈ, ਜਾਣੀ ਆਪਣੇ ਗਲ ਨਾਲ ਲਾ ਲੈਂਦਾ ਹੈ। ਸੋ ਇਸ ਤਰ੍ਹਾਂ ਕਰਕੇ ਜੋ ਹਰ ਕੰਤ ਮਿਲਾਈ ਹੈ ਸੇ ਵਿਛੜ ਕਤੈ ਨਾ ਜਾਏ। ਉਹ ਫਿਰ ਉਹਨਾਂ ਦਾ ਦੁਬਾਰੇ ਵਿਛੋੜਾ ਨਹੀਂ ਹੁੰਦਾ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣ ਆਏ। ਪ੍ਰਭੂ ਤੋਂ ਦੂਜਾ ਹੋਰ ਕੋਈ ਨਹੀਂ ਹੈ ਜਿਸ ਦੀ ਕਿ ਅਸੀਂ ਸ਼ਰਨ ਵਿੱਚ ਜਾਈਏ। ਆਹ ਗੁਰੂ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ ਹੈ ਜਿਸ ਦੇ ਅਸੀਂ ਸ਼ਰਨ ਵਿੱਚ ਜਾਈਏ। ਸੋ ਅਸੀਂ ਕਰਦੇ ਕੀ ਹਾਂ? ਇੱਥੇ ਵੀ ਮੱਥਾ ਟੇਕ ਲਿਆ, ਸੋਮਵਾਰ ਨੂੰ ਕਿਤੇ ਹੋਰ ਟੇਕ ਲਿਆ, ਮੰਗਲਵਾਰ ਨੂੰ ਕਿਤੇ ਹੋਰ, ਬੁੱਧਵਾਰ ਨੂੰ ਕਿਤੇ ਹੋਰ, ਵੀਰਵਾਰ ਨੂੰ ਅਸੀਂ ਦੀਵੇ ਵੀ ਜਗਾਉਣ ਚਲੇ ਗਏ। ਸੋ ਇਸ ਤਰ੍ਹਾਂ ਕਰਕੇ ਅਸੀਂ ਅਲੱਗ-ਅਲੱਗ ਜਗ੍ਹਾ ਉੱਪਰ ਅਸੀਂ ਮਨੌਤਾਂ ਰੱਖੀਆਂ ਹੋਈਆਂ ਨੇ। ਅਸੀਂ ਦਿਨ ਵੰਡ ਕੇ ਰੱਖ ਲਏ। ਮਹਾਰਾਜ ਜੀ ਨੇ ਸਾਨੂੰ ਇਸ ਤਰ੍ਹਾਂ ਦਾ ਉਪਦੇਸ਼ ਨਹੀਂ ਦਿੱਤਾ। ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ, ਗੁਰੂ ਦੀ ਤੂੰ ਸ਼ਰਨ ਵਿੱਚ ਰਹਿ। ਸੋ ਜਿਹੜਾ ਅਲੱਗ-ਅਲੱਗ ਜਗ੍ਹਾ ਵਿੱਚ ਜਾਂਦਾ, ਸਮਝ ਲਓ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਹੈ। ਜੋ ਸ਼ਰਨ ਹੈ ਪ੍ਰਤੱਖ ਰੂਪ ਦੇ ਵਿੱਚ ਉਹ ਵਾਹਿਗੁਰੂ ਦੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਹੈ। ਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਹੈ। ਸੋ ਇਸ ਤੋਂ ਬਿਨਾਂ ਪ੍ਰਭ ਬਿਨ ਦੂਜਾ ਕੋ ਨਹੀਂ। ਇਹ ਪ੍ਰਭੂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਭੂ ਨੇ, ਪੋਥੀ ਪਰਮੇਸ਼ਰ ਕਾ ਥਾਨ ਹੈ। ਸੋ ਆਪ ਤਿਆਗ, ਆਪਾਂ ਤਿਆਗ ਕੇ ਅਸੀਂ ਇਸ ਤਰ੍ਹਾਂ ਜਾਣੀ ਅਸੀਂ ਬੇਨਤੀਆਂ ਕਰੀਏ ਕਿ ਬਿਨ ਪ੍ਰਭ ਕੇ ਜਾਂ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣ ਆਏ। ਪ੍ਰਭੂ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ।
हे वाहिगुरू जी सानू अपनी शरण विच रख लो। सो सानू ऐसे गुरु की जानी शरण विच रहना चाहिए है। असू सुखी वसंदियाँ जिन्ना मया हर राए। असू के महीने द्वारा सतगुरु महाराज जी फरमान करके उपदेश की सानू बख्शिश करते हैं कि वो जीव रूप इस्त्रियाँ सुखी वसदियाँ ने जिन्हां उपर माया, माया कहते हैं किरपा नूं। जे मम्मे नूं कन्ना लग जाए उहदा अर्थ आ माया। सो जानी पाठ करना हुंदा असीं देख के पाठ करिए तो असीं एवें इस नूं माया नहीं पढ़ना है। महाराज कहते असू सुखी वसंदियाँ जिन्ना माया हर राए। जिन्हां उपर परमेश्वर की माया है भाव की किरपा है, नदरे करम है वाहिगुरू दी, ਉਹ ਅੱਸੂ ਦੇ ਮਹੀਨੇ ਵਿੱਚ ਸੁਖੀ ਵਸਦੀਆਂ ਹਨ। ਸੋ ਸਾਨੂੰ ਕਿਰਪਾ ਕਿਵੇਂ ਮਿਲੇਗੀ? ਅਸੀਂ ਵਾਹਿਗੁਰੂ ਦੇ ਬਣ ਜਾਈਏ, ਅਸੀਂ ਵਾਹਿਗੁਰੂ ਨੂੰ ਅਰਦਾਸਾਂ ਬੇਨਤੀਆਂ ਜੋਦੜੀਆਂ ਅਸੀਂ ਕਰੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਸੋ ਇਹ ਜੋ ਉਪਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 12ਵਾਂ ਮਾਂਝ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ ਕਿ ਅੱਸੂ ਦੇ ਮਹੀਨੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ कि जड़ियाँ जीव रूप इस्त्रियाँ ने जिन्हों कि परमेश्वर के नाम की तो परमेश्वर के दर्शनों की प्यास होंदी है, उन्होंने सत्संग करनी चाहिए है। बिना गुरु के दर तो किते होर नहीं जाना चाहिए है, क्योंकि पूरा गुरु ही मिलाप करा सकता है। बिन गुर पूरे ना ही उधार, बाबा नानक आखै इहो विचार। बिना गुरु तो बिना पूरे गुरां तो साडा कोई उधार नहीं होना, साड़ी किसी ने बाह नहीं फड़नी। सो नहीं साड़ा जन्म मरण सानू लग्या रहेगा। सो अस्सू के महीने विच ऐसियां जीव रूप इस्त्रियाँ जड़ियाँ कि गुरु का कहना मनदियां हन, गुरु के दसे उपदेश उपर चलदियां हन, उन्हां उपर परमेश्वर की किरपा हो जाती है। सो परमेश्वर की किरपा नाल सारे कारज रास हो जाते हैं, साडा वाहिगुरू नाल मिलाप हो जाता है। आओ भाई, हौमै है बंधन जिस दे नाल साडा मिलाप नहीं हुंदा। हौमै की निवृत्ति होएगी नाम जप के। वाहिगुरू गुरमंत्र है जप हौमै कोई। आओ भाई आपां भी 2 मिनट वाहिगुरू गुरमंत्र का असीं अभ्यास करिए, नाम जपीए तां करके साडी भी बंध खलासी हो सके। आओ भाई प्यार नाल नाम नूं जपना करिए। वाहिगुरू 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 वाहिगुरू। 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 वाहिगुरू वाहिगुरू वाहिगुरू
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਆਓ ਪਿਆਰੀ ਸਾਧ ਸੰਗਤ ਜੀ, ਬੋਲਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਮੂਹ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣ ਜੀ। ਆਓ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣ ਆਏ। ਅਸੂ ਸੁਖੀ ਬਸੰਦੀਆਂ, ਜਿਨਾ ਮਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।